Good morning, students. Today we will continue cost accounting chapter in which we are doing cost audit. So, firstly, cost accounting record. The MCA Ministry of Corporate Affairs has announced the company's accounting record rules 2011 shall apply to every company, including a foreign company, as defined in the act which is engaged in the production, processing, manufacturing, mining activities or the aggregate value of net worth as on the last date of immediate preceding year exceeds 5 ਕਰੋੜ ਰੁਪੀਸ ਮੀਨਸ ਕੀ ਹੈ। ਜਿਸ ਤਰ੍ਹਾਂ ਦੇਖੋ ਆਪਾਂ ਜੇ LLP ਨੂੰ ਕੀ ਕਰਵਾ ਰਹੇ ਹਾਂ, ਰਜਿਸਟਰ ਕਰਵਾ ਰਹੇ ਹਾਂ ਤਾਂ ਆਪਾਂ ਕਿਸ ਕੋਲੇ ਜਾਂਦੇ ਆਂਗੇ, ROC ਕੋਲ ਜਾਂਦੇ ਹਾਂ, ਰਜਿਸਟਰਾਰ ਆਫ ਕੰਪਨੀਜ਼। ਠੀਕ ਹੈ, ਇਸੇ ਤਰ੍ਹਾਂ ਇੱਕ ਬਾਡੀ ਬਣੀ ਹੈਗੀ ਆਪਣੀ MCA ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ, ਜਾਂ ਜਿਹੜੇ ਆਪਣੇ ਕੋਸਟ ਅਕਾਊਂਟਿੰਗ ਰੂਲਸ ਨੇ ਤਾਂ ਇਹ ਵੀ ਕਿੱਥੇ ਬਣਾਏ ਗਏ ਨੇ, ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੇ ਅੰਡਰ ਬਣਾਏ ਗਏ ਨੇ। ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਹੀ ਆਪਾਂ ਕੀ ਕਰ ਸਕਦੇ ਹਾਂ, ਫੋਲੋ ਕਰ ਸਕਦੇ ਹਾਂ। ਇਸ ਤੋਂ ਜਿਹੜਾ ਪ੍ਰੀਵੀਅਸ ਟੌਪਿਕਸ ਤੁਹਾਡੇ ਉਹ ਸੀਗੇ ਕੁਆਲੀਫਿਕੇਸ਼ਨਸ ਡਿਊਟੀਜ਼ ਆਡੀਟਰ ਦੇ, ਉਹ ਆਪਾਂ ਆਡੀਟਿੰਗ ਦੇ ਵਿੱਚ ਵੀ ਕਰ ਚੁੱਕੇ ਹਾਂ ਪਹਿਲਾਂ। ਦੈਨ ਨੈਕਸਟ ਟੌਪਿਕ ਇਜ਼ ਜਨਰਲ ਫੀਚਰਸ ਆਫ ਕਾਸਟ ਅਕਾਊਂਟਿੰਗ ਰਿਕਾਰਡ। ਫਸਟ ਇਜ਼ ਮਟੀਰੀਅਲ, ਕਿ ਆਪਾਂ ਕਾਸਟ ਅਕਾਊਂਟਿੰਗ ਰਿਕਾਰਡਸ ਨੂੰ ਕਿਉਂ ਮੇਨਟੇਨ ਕਰਦੇ ਹਾਂ। ਸਭ ਤੋਂ ਪਹਿਲਾਂ ਮਟੀਰੀਅਲ, ਕੋਈ ਵੀ ਕੁਆਂਟੀਟਿਵ ਹੈ, ਕੁਆਲਿਟੇਟਿਵ ਇਨਫੋਰਮੇਸ਼ਨ ਆਪਾਂ ਨੇ ਹੋਲ ਇਨਫੋਰਮੇਸ਼ਨ ਨੂੰ ਰਿਕਾਰਡ ਕਰਨਾ ਅਕਾਊਂਟਸ ਦੇ ਵਿੱਚ, ਤਾਂ ਆਪਾਂ ਕੀ ਕਰਦੇ ਹਾਂ, ਮਟੀਰੀਅਲਸ ਨੂੰ ਵੀ ਕਾਸਟ ਅਕਾਊਂਟਿੰਗ ਰਿਕਾਰਡਸ ਦੇ ਵਿੱਚ ਮੈਂਸ਼ਨ ਕਰਦੇ ਹਾਂ। ਦੈਨ ਕੰਜ਼ਿਊਮੇਬਲ ਸਟੋਰਸ, ਕੰਜ਼ਿਊਮੇਬਲ ਸਟੋਰਸ ਕਿਹੜੇ ਹੁੰਦੇ ਨੇ, ਆਪਣੇ ਡੇ ਟੂ ਡੇ ਜਿਹੜੇ ਆਪਾਂ ਸਟੋਰਸ ਵਗੈਰਾ ਨੂੰ ਯੂਜ਼ ਕਰਦੇ ਹਾਂ ਇੱਕ ਫਾਈਨਲ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦੇ ਲਈ। ਨੈਕਸਟ ਸਰਵਿਸਿਜ਼, ਦਾ ਆਪਾਂ ਨੂੰ ਪਤਾ ਹੀ ਬੈਂਕਿੰਗ, ਇੰਸ਼ੋਰੈਂਸ, ਪਾਵਰ ਫਲੂ ਪ੍ਰੋਡਕਟ ਵਗੈਰਾ ਲਗਾ ਕੇ ਜੋ ਸਰਵਿਸ ਪ੍ਰੋਵਾਈਡ ਕਰਦੇ ਹਾਂ ਆਪਾਂ। ਉਸ ਤੋਂ ਅੱਗੇ ਹੈਗਾ ਆਪਣੇ ਕੋਲ ਵੇਜਸ, ਸੈਲਰੀ, ਸਰਵਿਸ ਡਿਪਾਰਟਮੈਂਟ ਐਕਸਪੈਂਡੀਚਰ, ਡੈਪਰੀਸੀਏਸ਼ਨ, ਰੋਇਲਟੀ, ਓਵਰਹੈਡ, ਵਰਕ ਇਨ ਪ੍ਰੋਗਰੈਸ, ਸਟਾਕ। ਤਾਂ ਇਹ ਸਾਰਾ ਆਪਾਂ ਕਿੱਥੇ ਰਿਕਾਰਡ ਕਰ ਸਕਦੇ ਹਾਂ, ਕਾਸਟ ਅਕਾਊਂਟਿੰਗ ਰਿਕਾਰਡਸ ਦੇ ਵਿੱਚ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਹਾਂ, ਮੈਂਸ਼ਨ ਕਰ ਸਕਦੇ ਹਾਂ। ਨੈਕਸਟ ਟੌਪਿਕ ਇਜ਼ ਕਾਸਟ ਅਕਾਊਂਟਿੰਗ ਰਿਕਾਰਡਸ ਰੂਲ 2011। ਹੁਣ ਕੋਈ ਵੀ ਰੂਲ ਹੈ, ਕੋਈ ਵੀ ਲਾਅ ਹੈ, ਉਸ ਦੇ ਵਿੱਚ ਸਭ ਤੋਂ ਪਹਿਲਾ ਪਾਰਟ ਕਿਹੜਾ ਹੁੰਦਾ, ਇੰਟਰੋ ਦਾ, ਜਿਸ ਦੇ ਵਿੱਚ ਆਪਾਂ ਟਾਈਟਲ, ਕਮੈਂਸਮੈਂਟ ਵਗੈਰਾ ਰਿਟਨ ਡਾਊਨ ਕਰਦੇ ਹਾਂ। ਤਾਂ ਫਸਟ ਕੀ ਹੈ, ਦੀਜ਼ ਰੂਲਸ ਮੇ ਬੀ ਕਾਲਡ ਦੀ ਕੰਪਨੀਜ਼ ਔਰ ਕਾਸਟ ਅਕਾਊਂਟਿੰਗ ਰਿਕਾਰਡਸ ਰੂਲਸ 2011 ਦੇ ਸ਼ੈਲ ਕੇਮ ਇਨ ਟੂ ਫੋਰਸ ਔਨ ਦੀ ਡੇਟ ਆਫ ਦੇਅਰ ਪਬਲੀਕੇਸ਼ਨ ਇਨ ਦੀ ਆਫੀਸ਼ੀਅਲ ਗਜ਼ਟ। ਤਾਂ ਜੇ ਆਪਾਂ ਗੱਲ ਕਰੀਏ ਕਾਸਟ ਅਕਾਊਂਟਿੰਗ ਰੂਲਸ ਦੀ, ਤਾਂ ਇਹ ਉਦੋਂ ਤੋਂ ਹੀ ਬਣ ਗਏ ਸੀ ਜਦੋਂ ਇਹਨਾਂ ਦਾ ਨੋਟੀਫਿਕੇਸ਼ਨ ਆਫੀਸ਼ੀਅਲ ਗਜ਼ਟ ਦੇ ਵਿੱਚ ਆ ਗਿਆ ਸੀ। ਦੈਨ ਆਪਾਂ ਇਸ ਦੇ ਵਿੱਚ ਕੁਛ ਡੈਫੀਨੇਸ਼ਨਸ ਦੀ ਗੱਲ ਕਰਾਂਗੇ। ਕਾਸਟ ਅਕਾਊਂਟਿੰਗ ਰਿਪੋਰਟ, ਰਿਪੋਰਟ ਕੀ ਹੁੰਦੀ ਹੈ, ਜਿਸ ਤਰ੍ਹਾਂ ਆਡੀਟਰ ਨੇ ਫਾਈਨਲ ਰਿਪੋਰਟ ਪ੍ਰੀਪੇਅਰ ਕਰਨੀ ਹੁੰਦੀ ਹੈ ਇੱਕ ਓਵਰਵਿਊ ਦੇਣ ਦੇ ਲਈ, ਸੇਮ ਆਪਾਂ ਇੱਕ ਪ੍ਰੀਪੇਅਰ ਕਰਦੇ ਹਾਂ ਕਾਸਟ ਅਕਾਊਂਟਿੰਗ ਰਿਪੋਰਟ। ਦੈਨ ਕਾਸਟ ਅਕਾਊਂਟੈਂਟ ਕੌਣ ਹੈ, ਉਹ ਪਰਸਨ ਜਿਹੜਾ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਕੇ ਅਕਾਊਂਟਿੰਗ ਦੀ ਕੀ ਕਰ ਰਿਹਾ ਹੈਗਾ, ਪ੍ਰੋਪਰ ਪ੍ਰੀਪਰੇਸ਼ਨ ਕਰ ਰਿਹਾ ਹੈ। ਦੈਨ ਕਾਸਟ ਅਕਾਊਂਟਿੰਗ ਸਟੈਂਡਰਡ, ਸਟੈਂਡਰਡਸ ਆਪਣੇ ਕੀ ਹੁੰਦੇ ਨੇਗੇ ਵੀ, ਇੱਕ ਰਿਟਨ ਸਟੈਂਡਰਡ ਜੋ ਕਿਸੇ IFRS, ਜਿਸ ਤਰ੍ਹਾਂ ਇੰਟਰਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਸਿਸਟਮ ਹੋ ਗਿਆ, ਜਾਂ IASB, IASA ਕਮੇਟੀਜ਼ ਹੁੰਦੀਆਂ ਨੇ ਜੋ ਸਟੈਂਡਰਡਸ ਨੂੰ ਸੈੱਟ ਕਰਦੀਆਂ ਨੇ। ਦੈਨ ਕਾਸਟ ਰਿਕਾਰਡ, ਰਿਕਾਰਡ ਕੀ ਹੁੰਦਾ, ਬੁੱਕਸ ਆਫ ਅਕਾਊਂਟਸ ਮੇਨਟੇਨ ਕਰਨਾ ਮਟੀਰੀਅਲ ਦੀ ਪ੍ਰੋਪਰ ਯੂਟੀਲਾਈਜੇਸ਼ਨ ਦੇ ਲਈ ਜਾਂ ਅਦਰ ਆਈਟਮਸ ਦੇ ਲਈ। ਦੈਨ ਕੁਛ ਫਾਰਮਸ ਨੇ, 2 ਫਾਰਮਸ ਨੇ, ਫਾਰਮ A ਐਂਡ B। ਫਾਰਮ A ਕਿਸ ਦੇ ਲਈ ਹੁੰਦਾ, ਰੂਲਸ ਦੇ ਲਈ, ਕੰਪਲਾਇੰਸ ਰਿਪੋਰਟ ਵਗੈਰਾ ਕਰਨ ਦੇ ਲਈ, ਅਤੇ ਫਾਰਮ B ਹੁੰਦਾ ਹੈਗਾ ਐਨੈਕਸਚਰ ਟੂ ਦੀ ਕੰਪਲਾਇੰਸ ਰਿਪੋਰਟ, ਵੀ ਜੇ ਕੁਛ ਹੋਰ ਅਟੈਚ ਕਰਨਾ ਆਪਣਾ ਤਾਂ ਫਾਰਮ B ਦੇ ਵਿੱਚ। ਦੈਨ ਦੇਖੋ ਅੱਗੇ ਆ ਗਿਆ ਜਨਰਲ ਅਸੈਪਟਡ ਕਾਸਟ ਅਕਾਊਂਟਿੰਗ ਪ੍ਰਿੰਸੀਪਲਸ, ਜਿਸ ਤਰ੍ਹਾਂ ਗੈਪ ਸੀ ਨਾ, ਜਨਰਲ ਅਕਸੈਪਟਡ ਅਕਾਊਂਟਿੰਗ ਪ੍ਰਿੰਸੀਪਲਸ, ਉਹ ਸਿਰਫ ਅਕਾਊਂਟਿੰਗ ਸਟੈਂਡਰਡ ਦਾ ਸੀਗਾ ਗੈਪ, ਜਿਸ ਨੂੰ ਰਿਪਲੇਸ ਕਰਕੇ IFRS ਆਇਆ ਸੀਗਾ। ਇਹ ਕੀ ਹੈ, ਜਨਰਲ ਅਸੈਪਟਡ ਕਾਸਟ ਅਕਾਊਂਟਿੰਗ, ਇਹ ਕਿਸ ਦਾ, ਕਾਸਟ ਦੇ ਲਈ ਹੈ। ਦੈਨ ਕੁਛ ਮਾਈਨਿੰਗ ਐਕਟੀਵਿਟੀ, ਸਿਰਫ ਡੈਫੀਨੇਸ਼ਨਸ ਨੇਗੀਆਂ। ਨੈਕਸਟ ਪ੍ਰੋਡਕਟ, ਪ੍ਰੋਡਕਟ ਮੀਨਸ ਟੈਂਜੀਬਲ ਔਰ ਇੰਟੈਂਜੀਬਲ, ਟੈਂਜੀਬਲ ਜਿੰਨੀਆਂ ਵੀ ਗੁੱਡਸ ਹੁੰਦੀਆਂ ਨੇ, ਇੰਟੈਂਜੀਬਲ ਕਾਪੀਰਾਈਟ, ਪੇਟੈਂਟ, ਟ੍ਰੇਡਮਾਰਕ, ਇੰਡਸਟਰੀਅਲ ਡਿਜ਼ਾਈਨ, ਲੇਆਊਟ, ਇਹ ਸਾਰੇ ਆਪਣੇ ਕੀ ਹੁੰਦੇ ਨੇ, ਇੰਟੈਂਜੀਬਲ ਪ੍ਰੋਡਕਟਸ ਹੁੰਦੇ ਨੇ। ਤਾਂ ਐਪਲੀਕੇਸ਼ਨ ਵੀ ਇਹ ਰੂਲ ਜਿਹੜਾ 2011 ਇਹ ਕਿੱਥੇ ਕਿੱਥੇ ਐਪਲੀਕੇਬਲ ਹੁੰਦਾ ਹੈ, ਇਟ ਇਜ਼ ਐਪਲੀਕੇਬਲ ਟੂ ਐਵਰੀ ਕੰਪਨੀ ਇਨਕਲੂਡਿੰਗ ਫੋਰਨ ਕੰਪਨੀ। ਇਹ ਆਪਾਂ ਇੰਟਰੋ ਦੇ ਵਿੱਚ ਹੀ ਕਰ ਚੁੱਕੇ ਸੀ ਵੀ ਕੋਈ ਵੀ ਕੰਪਨੀ ਹੈ, ਭਾਵੇਂ ਫੋਰਨ ਹੈ ਭਾਵੇਂ ਇੰਡੀਅਨ ਹੈ, ਜੋ ਇਨਵੋਲਵ ਹੈ ਪ੍ਰੋਡਕਸ਼ਨ, ਪ੍ਰੋਸੈਸਿੰਗ, ਮੈਨੂਫੈਕਚਰਿੰਗ ਅਤੇ ਮਾਈਨਿੰਗ ਐਕਟੀਵਿਟੀਜ਼ ਦੇ ਵਿੱਚ, ਤਾਂ ਇਹ ਰੂਲ ਹੈ ਜਿਹੜਾ 2011 ਉੱਥੇ ਐਪਲੀਕੇਬਲ ਹੋ ਜਾਂਦਾ ਹੈ। ਦੈਨ ਨੈਕਸਟ ਟੌਪਿਕ ਇਜ਼ ਮੇਨਟੇਨੈਂਸ ਆਫ ਰਿਕਾਰਡਸ। ਆਪਾਂ ਨੂੰ ਪਤਾ ਹੀ ਹੈ ਵੀ ਮੇਨਟੇਨੈਂਸ ਰਿਕਾਰਡਸ ਮਤਲਬ ਕੀ ਹੁੰਦਾ, ਪ੍ਰੋਪਰ ਰਿਕਾਰਡ ਨੂੰ ਮੇਨਟੇਨ ਕਰਨਾ। ਹਰ ਇੱਕ ਕੰਪਨੀ ਜਿਹੜੀ ਰੂਲਸ ਨੂੰ ਅਪਲਾਈ ਕਰ ਰਹੀ ਹੈ ਉਸਨੂੰ ਬੁੱਕਸ ਆਫ ਅਕਾਊਂਟਸ ਮੇਨਟੇਨ ਕਰਨੇ ਪੈਣਗੇ। ਦੇਖੋ ਜੇ ਆਪਾਂ ਕਿਸੇ ਸਟੈਂਡਰਡ ਨੂੰ ਫੋਲੋ ਕਰ ਰਹੇ ਹਾਂ ਤਾਂ ਆਪਾਂ ਨੂੰ ਕੀ ਹੈ, ਰਿਸਪੋਂਸੀਬਿਲਿਟੀ ਵੀ ਉਸ ਸਟੈਂਡਰਡ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਵੀ ਫੋਲੋ ਕਰਨਾ, ਅਤੇ ਜੇ ਆਪਾਂ ਰੂਲ ਨੂੰ ਫੋਲੋ ਕਰ ਰਹੇ ਹਾਂ ਤਾਂ ਉਹਦੇ ਰੂਲਸ ਰੈਗੂਲੇਸ਼ਨਸ ਨੂੰ ਵੀ ਫੋਲੋ ਕਰਨਾ, ਉਹਦੀ ਪੋਲਿਸੀਜ਼ ਪ੍ਰੋਸੀਜਰਸ ਨੂੰ ਵੀ ਫੋਲੋ ਕਰਨਾ।
then all such cost record and cost statements maintained these rules shall be reconciled with the audited financial statements। reconciliation ਕੀ ਹੁੰਦਾ, ਜਦੋਂ ਆਪਾਂ ਆਪਣੀਆਂ ਬੁੱਕਸ ਨੂੰ ਕੀ ਕਰਦੇ ਹਾਂ ਦੂਜੀਆਂ ਬੁੱਕਸ ਦੇ ਨਾਲ ਕੰਪੇਅਰ ਕਰਕੇ ਵੈਰੀਫਾਈ ਕਰ ਦਿੰਦੇ ਹਾਂ, ਤਾਂ ਸਾਰੇ ਰਿਕਾਰਡਸ ਨੂੰ ਕੀ ਕਰੋ ਆਪਾਂ reconciliation ਕਰੋ। then it should be duty of every person to take all reasonable steps to secure compliance by the company with the provision of these rules। ਹਰ ਇੱਕ ਕੰਪਨੀ ਦੀ ਰਿਸਪੋਂਸੀਬਿਲਿਟੀ ਹੈ ਵੀ ਇਹਨਾਂ ਸਾਰੇ ਰੂਲਸ ਜਿਹੜੇ 2011 ਦੇ ਅੰਡਰ ਨੇ ਉਹਨਾਂ ਦੇ ਨਾਲ ਕੀ ਕਰੇ, ਕੰਪਲਾਇੰਸ ਕਰੇ, ਉਹਨਾਂ ਦੇ ਨਾਲ ਕੀ ਕਰੇ, ਫੋਲੋ ਅਪ ਕਰੇ। ਦੈਨ ਕੁਛ ਫਾਰਮ ਹੁੰਦੇ ਨੇਗੇ ਜਿਹੜੇ ਆਪਾਂ ਕੰਪਲਾਇੰਸ ਰਿਪੋਰਟ ਫਿਲ ਆਊਟ ਕਰਦੇ ਟਾਈਮ ਜਾਂ ਸਬਮਿਟ ਕਰਵਾਉਣ ਟਾਈਮ ਫਾਰਮ ਫਿਲ ਕਰਦੇ ਹਾਂ, ਅਤੇ ਕੁਛ ਟਾਈਮ ਲਿਮਿਟ ਹੈ ਵੀ ਇਸ ਦੀ ਪ੍ਰੋਪਰ ਅਥੈਂਟੀਕੇਸ਼ਨ ਜੇ ਆਪਾਂ ਨਹੀਂ ਕਰਾਂਗੇ ਤਾਂ ਕੀ ਹੈ, ਪੈਨੈਲਟੀਜ਼ ਨੇ। ਇਫ ਡਿਫਾਲਟ ਇਜ਼ ਮੇਡ ਬਾਈ ਦਾ ਕਾਸਟ ਅਕਾਊਂਟੈਂਟ ਇਨ ਕੰਪਲਾਈਂਗ ਵਿਦ ਦਾ ਪ੍ਰੋਵੀਜ਼ਨਸ ਆਫ ਥੀਸ ਰੂਲਸ ਹੀ ਸ਼ੈਲ ਬੀ ਪੁਨਿਸ਼ੇਬਲ ਵਿਦ ਫਾਈਨ ਵਿਚ ਮੇ ਐਕਸਟੈਂਡ ਟੂ 5000 ਰੁਪੀਜ਼। ਮੋਸਟਲੀ ਨਾ ਜੇ ਆਪਾਂ ਲਾਅ ਦੀ ਗੱਲ ਕਰੀਏ ਤਾਂ ਇਹ ਜਿਹੜਾ ਫਾਈਨ ਵਗੈਰਾ ਹੁੰਦਾ ਇਹ 5000 ਤੋਂ ਸਟਾਰਟ ਹੋ ਕੇ 25000 ਰੁਪੀਜ਼ ਤੱਕ ਹੁੰਦਾ ਹੈ। ਜੇ ਇਹ ਸਟਾਰਟ ਹੋਵੇ 25000 ਤੋਂ